ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ, ਹੋਤੀ ਮਰਦਾਨ ਵਾਲੇ, ਜਿਨ੍ਹਾਂ ਦਾ ਪਵਿੱਤਰ ਨਾਮ ਲੈਣ ਕਰਕੇ ਹੀ ਕਰੋੜਾਂ ਪਾਪ ਦਗਧ ਹੋ ਜਾਂਦੇ ਨੇ। ਉਹ ਮਹਾਪੁਰਸ਼ ਬਾਹਰ ਨਦੀ ਦੇ ਕਿਨਾਰੇ, ਜਿੱਥੇ ਹਰ ਰੋਜ਼ ਭਜਨ ਕਰਦੇ ਨੇ, ਉੱਥੇ ਜਾ ਕੇ ਇਕਾਂਤ ਵਾਤਾਵਰਨ ਵਿੱਚ ਬੈਠ ਜਾਂਦੇ ਨੇ। ਔਰ ਪਰਮਾਤਮਾ ਦੇ ਚਰਨਾਂ ਵਿੱਚ, ਉਹਦੇ ਨਾਮ ਵਿੱਚ ਐਸੀ ਸੁਰਤ ਨੂੰ ਲਵਲੀਨ ਕਰਦੇ ਨੇ ਕਿ ਦੇਸ਼ ਕਾਲ ਵਸਤੂ ਭੁੱਲ ਜਾਂਦਾ ਹੈ, ਸਰੀਰ ਦੀ ਸੁੱਧ ਬੁੱਧ ਭੁੱਲ ਜਾਂਦੀ ਹੈ। ਪਰ ਮਹਾਪੁਰਸ਼ ਜਦੋਂ ਉਹਨਾਂ ਦੀ ਡਿਊਟੀ ਦਾ ਸਮਾਂ ਹੁੰਦਾ ਹੈ, ਕਿਉਂਕਿ ਉਹ ਫੌਜ ਵਿੱਚ ਜੌਬ ਕਰਦੇ ਸਨ, ਨੌਕਰੀ ਕਰਦੇ ਸਨ, ਜਿਸ ਕਰਕੇ ਬੜੀ ਨੇਕ ਨੀਅਤੀ ਨਾਲ, ਇਮਾਨਦਾਰੀ ਨਾਲ ਉਹ ਆਪਣੀ ਜੌਬ ਕਰ ਰਹੇ ਨੇ। ਜਦੋਂ ਸਮਾਂ ਵਿਹਲਾ ਮਿਲਦਾ ਹੈ, ਉਦੋਂ ਬਾਹਰ ਨਦੀ ਦੇ ਕਿਨਾਰੇ ਜਾ ਕੇ ਬੈਠ ਕੇ ਪਰਮੇਸ਼ਰ ਦੇ ਭਜਨ ਵਿੱਚ ਆਨੰਦ ਮਾਣਦੇ ਨੇ। ਭਜਨਾ ਆਨੰਦ ਹਰਦਾਸ, ਵਿਸ਼ੇ ਆਨੰਦ ਸੰਸਾਰ ਹੈ। ਵਿਸ਼ੇ ਆਨੰਦ ਸੰਸਾਰ ਹੈ, ਭਜਨਾ ਆਨੰਦ ਹਰਿਦਾਸ। ਬ੍ਰਹਮਾਨੰਦ ਜੀਵਨ ਮੁਕਤ ਭਈ ਵਾਸਨਾ ਨਾਸ। ਭਾਵ ਕੇ ਮਹਾਪੁਰਸ਼ ਹਰ ਰੋਜ਼ ਆਪਣੀ ਜੌਬ ਤੋਂ ਵਿਹਲੇ ਹੋ ਕੇ, ਫਰੀ ਹੋ ਕੇ, ਬਾਹਰ ਨਦੀ ਦੇ ਕੰਢੇ ਤੇ ਜਾ ਕੇ ਅਕਾਲ ਪੁਰਖ ਦਾ ਭਜਨ ਕਰਦੇ ਨੇ। ਰੋਜ਼ ਦੀ ਤਰ੍ਹਾਂ ਅੱਜ ਵੀ ਮਹਾਪੁਰਸ਼ ਚੌਂਕੜਾ ਲਾ ਕੇ ਬੈਠ ਗਏ। ਅਕਾਲ ਪੁਰਖ ਦਾ ਭਜਨ ਕਰਦੇ ਕਰਦੇ ਐਸੀ ਸੁਰਤ ਪ੍ਰਭੂ ਦੇ ਚਰਨਾਂ ਵਿੱਚ ਮਗਨ ਹੋਈ, ਐਸਾ ਆਨੰਦ ਆਇਆ ਕਿ ਸਰੀਰ ਦੀ ਵੀ ਸੁੱਧ ਬੁੱਧ ਭੁੱਲ ਗਈ। ਭਾਵੇਂ ਹਿਰਨ ਖਹਿ ਕੇ ਲੰਘ ਜਾਵੇ, ਫਿਰ ਵੀ ਨਾ ਪਤਾ ਲੱਗੇ। ਇੰਨੀ ਸੁਰਤ ਪਰਮਾਤਮਾ ਦੇ ਨਾਮ ਦੇ ਰਸ ਵਿੱਚ ਮਗਨ ਹੋ ਗਈ। ਤੇਲ ਧਾਰਾਵਤ ਸੁਰਤ ਜੁੜ ਗਈ, ਇੱਕ ਰਸ ਬੈਠੇ ਨੇ। ਡਿਊਟੀ ਦਾ ਸਮਾਂ ਹੋ ਗਿਆ। ਪਿਆਰਿਓ, ਦੁਨੀਆ ਤੇ ਕੋਈ ਵੀ ਇਨਸਾਨ ਹੈ, ਚਾਹੇ ਕੋਈ ਆਮ ਹੈ, ਚਾਹੇ ਕੋਈ ਖਾਸ ਹੈ। ਭਾਵੇਂ ਕਿ ਕੋਈ ਆਮ ਖਾਸ ਹੈ ਨਹੀਂ, ਸਾਰੇ ਇਨਸਾਨ ਇੱਕ ਹੀ ਤਰ੍ਹਾਂ ਦੇ ਨੇ। ਬਲੱਡ ਸਾਰਿਆਂ ਦਾ ਇੱਕ ਤਰ੍ਹਾਂ ਦਾ ਹੀ ਹੈ। ਸਾਰਿਆਂ ਦੇ ਹੱਥ ਲੱਗੇ ਹੋਏ ਨੇ, ਅੱਖਾਂ ਲੱਗੀਆਂ ਨੇ, ਪੈਰ ਉਸੇ ਤਰ੍ਹਾਂ ਦੇ ਨੇ ਸਾਰਿਆਂ ਦੇ। ਸਾਰਿਆਂ ਦਾ ਸਰੀਰ ਸੇਮ ਹੈ। ਫਰਕ ਹੈ ਬਸ ਅੰਦਰਲੀ ਸੁਰਤ ਦਾ। ਮੈਂ ਗੱਲ ਕਰਦਾ ਸੀ, ਕੋਈ ਵੀ ਇਨਸਾਨ ਹੈ, ਜਿੱਥੇ ਇਨਸਾਨ ਦੇ, ਬੰਦੇ ਦੇ ਸੰਗੀ ਸਾਥੀ ਹੁੰਦੇ ਨੇ, ਦੋਸਤ ਮਿੱਤਰ ਹੁੰਦੇ ਨੇ,
ਉੱਥੇ ਨਾਲ ਹੀ ਨਿੰਦਕ ਵੀ ਜ਼ਰੂਰ ਹੋਇਆ ਕਰਦੇ ਨੇ, ਉਹਦੇ ਦੁਸ਼ਮਣ ਵੀ ਹੁੰਦੇ ਨੇ। ਇਹ ਪੱਕੀ ਗੱਲ ਹੈ, ਕਿਉਂਕਿ ਕੋਈ ਇਨਸਾਨ ਹੈ ਦੁਨੀਆ ਤੇ, ਸਾਰੀ ਦੁਨੀਆ ਉਹਦੀ ਉਸਤਤੀ ਨਹੀਂ ਕਰ ਸਕਦੀ, ਕੋਈ ਨਾ ਕੋਈ ਨਿੰਦਕ ਵੀ ਹੋਊ, ਔਰ ਸਾਰੀ ਦੁਨੀਆ ਉਹਦੀ ਨਿੰਦਿਆ ਵੀ ਨਹੀਂ ਕਰ ਸਕਦੀ, ਕੋਈ ਨਾ ਕੋਈ ਤਾਂ ਉਹਦੀ ਉਸਤਤੀ ਕਰਨ ਵਾਲਾ ਹੋਊਗਾ ਨਾ, ਉਹਦਾ ਸਾਥੀ। ਬਿਲਕੁਲ ਇਸੇ ਤਰ੍ਹਾਂ ਸੰਤ ਕਰਮ ਸਿੰਘ ਜੀ ਮਹਾਰਾਜ ਜੀ ਦਾ ਵੀ, ਉਹਨਾਂ ਨਾਲ ਇੱਕ ਜੈਲਸ ਕਰਦਾ ਹੈ ਉਹ ਵੀ ਫੌਜ ਦੇ ਵਿੱਚ ਹੀ ਹੈ, ਉਸਨੇ ਵੀ ਬਾਣਾ ਪਾਇਆ ਹੈ, ਬਾਣੀ ਉਹ ਵੀ ਪੜ੍ਹਦਾ ਹੈ। ਪਰ ਪਿਆਰਿਓ, ਇੱਕ ਹੁੰਦੀ ਹੈ ਸਿਰਫ ਪੜ੍ਹਨੀ, ਔਰ ਇੱਕ ਹੁੰਦੀ ਹੈ ਕਮਾ ਲੈਣੀ। ਉਸ ਚੀਜ਼ ਨੂੰ ਆਪਣੀ ਲਾਈਫ ਵਿੱਚ, ਆਪਣੀ ਜ਼ਿੰਦਗੀ ਵਿੱਚ ਅਪਲਾਈ ਕਰ ਲੈਣਾ। ਮਹਾਂਪੁਰਸ਼ ਜਾਣਦੇ ਨੇ ਕਿ ਇਹ ਇਨਸਾਨ ਮੇਰੇ ਨਾਲ ਈਰਖਾ ਕਰਦਾ ਹੈ, ਪਰ ਫਿਰ ਵੀ ਉਹਦਾ ਬਹੁਤ ਸਤਿਕਾਰ ਕਰਦੇ ਨੇ, ਉਹਨੂੰ ਗੁਰਸਿੱਖ ਸਮਝਦੇ ਨੇ, ਹਰੇਕ ਜਗ੍ਹਾ ਉਸ ਦੀ ਸੋਭਾ ਕਰਦੇ ਨੇ। ਪਰ ਉਸ ਦੇ ਅੰਦਰ ਈਰਖਾ ਦੇ ਭਾਂਬਲ ਮਚਦੇ ਨੇ, ਮੌਕਾ ਭਾਲਦਾ ਹੀ ਰਹਿੰਦਾ ਹੈ ਕਿ ਕਦੋਂ ਕੋਈ ਐਸਾ ਵਕਤ ਮਿਲੇ ਕਿ ਭਾਈ ਕਰਮ ਸਿੰਘ ਦੀ ਮੈਂ ਵੱਡੇ ਅਫਸਰਾਂ ਦੇ ਸਾਹਮਣੇ ਬੇਇੱਜ਼ਤੀ ਕਰਾਵਾਂ, ਉਹਨਾਂ ਦੀ ਇਨਸਲਟ ਕਰਾਵਾਂ। ਪਰ ਪਿਆਰਿਓ, ਸੱਚ ਤਾਂ ਸੱਚ ਹੀ ਹੁੰਦਾ ਹੈ। ਭਗਤ ਜਨਾ ਕੀ ਹਰਿ ਜਿਉ ਰਾਖੈ, ਜੁਗ ਜੁਗ ਰਖਦਾ ਆਇਆ ਰਾਮ, ਸੋ ਭਗਤ ਜੋ ਗੁਰਮੁਖ ਹੋਵੈ, ਹਉਮੈ ਸ਼ਬਦ ਜਲਾਇਆ ਰਾਮ। ਅਕਾਲ ਪੁਰਖ ਵਾਹਿਗੁਰੂ ਆਪਣੇ ਪਿਆਰਿਆਂ ਦੀ ਪੈਜ ਰੱਖਦਾ ਹੈ। ਗੁਰਬਾਣੀ ਦੇ ਕਈ ਸ਼ਬਦ ਨੇ, ਭਾਵ ਕੇ ਮਹਾਂਪੁਰਸ਼ਾਂ ਨਾਲ ਉਹ ਈਰਖਾ ਕਰਦਾ ਹੈ। ਉਹ ਬਾਹਰ ਘੁੰਮਣ ਚਲਾ ਗਿਆ ਨਦੀ ਦੀ ਤਰਫ, ਉਸਨੇ ਵੇਖਿਆ ਕਿ ਕਰਮ ਸਿੰਘ ਦੀ ਡਿਊਟੀ ਦਾ ਸਮਾਂ ਹੋ ਗਿਆ ਹੈ, ਪਰ ਇਹ ਤਾਂ ਇੱਥੇ ਸਮਾਧੀ ਲਾ ਕੇ ਬੈਠਾ ਹੈ। ਬੜਾ ਮਨ ਵਿੱਚ ਖੁਸ਼ ਹੋਇਆ ਕਿ ਅੱਜ ਮੌਕਾ ਮਿਲ ਗਿਆ ਮੈਨੂੰ, ਕਿਸੇ ਤਰ੍ਹਾਂ ਮੈਂ ਆਪਣੀ ਪੜਾਸ ਅੱਜ ਕੱਢ ਲਵਾਂ। ਭੱਜਾ ਹੀ ਗਿਆ ਵੱਡੇ ਆਫੀਸਰ ਦੇ ਕੋਲ, ਜਾ ਕੇ ਕਹਿਣ ਲੱਗਾ, ਸਰ, ਜਿਹੜਾ ਫੌਜੀ ਕਰਮ ਸਿੰਘ ਹੈ ਉਹ ਆਪਣੀ ਡਿਊਟੀ ਤੇ ਹਾਜ਼ਰ ਨਹੀਂ ਹੈ। ਉਹ ਅੱਗੋਂ ਕਹਿਣ ਲੱਗਾ, ਭਾਈ ਮੈਨੂੰ ਉਸ ਤੇ ਵਿਸ਼ਵਾਸ ਹੈ, ਉਹ ਇਮਾਨਦਾਰ ਬੰਦਾ ਹੈ, ਇਮਾਨਦਾਰ ਫੌਜੀ ਹੈ, ਉਹ ਹਰ ਰੋਜ਼ ਆਪਣੀ ਡਿਊਟੀ ਭੁਗਤਾਉਂਦਾ ਹੈ ਬਿਨਾਂ ਨਾਗਾ, ਕਦੀ ਇੱਕ ਮਿੰਟ ਵੀ ਲੇਟ ਨਹੀਂ ਹੁੰਦਾ। ਕਹਿੰਦਾ, ਨਹੀਂ ਸਰ, ਤੁਸੀਂ ਮੇਰੇ ਨਾਲ ਚੱਲੋ। ਆਫੀਸਰ ਨੂੰ ਲੈ ਗਿਆ ਜਿੱਥੇ ਬਾਹਰ ਮਹਾਂਪੁਰਸ਼ ਬੈਠੇ ਸਨ ਨਦੀ ਦੇ ਕਿਨਾਰੇ। ਅਫਸਰ ਨੇ ਵੇਖਿਆ ਕਿ ਬੋਲਦਾ ਤਾਂ ਇਹ ਸੱਚ ਹੀ ਹੈ, ਔਰ ਜਦੋਂ ਅਫਸਰ ਨੂੰ ਨਾਲ ਲੈ ਕੇ ਉਹ ਜਿੱਥੇ ਮਹਾਂਪੁਰਸ਼ ਡਿਊਟੀ ਤੇ ਖੜਦੇ ਸਨ ਉੱਥੇ ਪਹੁੰਚਿਆ, ਪਿਆਰਿਓ, ਅਫਸਰ ਹੈਰਾਨ ਹੋ ਗਿਆ। ਭਾਈ ਕਰਮ ਸਿੰਘ ਆਪਣੀ ਡਿਊਟੀ ਤੇ ਵੀ ਤਾਇਨਾਤ ਹੈ। ਅਫਸਰ ਕੋਲ ਗਿਆ, ਜਾ ਕੇ ਧਿਆਨ ਮਾਰਿਆ, ਮਨ ਵਿੱਚ ਸੋਚਿਆ ਹੈ ਤਾਂ ਕਰਮ ਸਿੰਘ ਹੀ ਹੈ। ਫੇਰ ਨਦੀ ਦੇ ਕਿਨਾਰੇ ਗਿਆ, ਉੱਥੇ ਫੇਰ ਉਹਨਾਂ ਨੂੰ ਉੱਥੇ ਹੀ ਸਮਾਧੀ 'ਚ ਬੈਠੇ ਦੇਖਿਆ, ਭਾਵ ਕਿ 3 ਵਾਰੀ ਗਏ। ਤੀਸਰੀ ਵਾਰੀ ਆ ਕੇ ਉਸਨੇ ਪੁੱਛਿਆ, ਕਰਮ ਸਿੰਘ ਜੀ,
ਤੁਸੀਂ ਆਪਣੀ ਡਿਊਟੀ ਤੇ ਵੀ ਤਾਇਨਾਤ ਹੋ ਔਰ ਬਾਹਰ ਉੱਥੇ ਬੈਠੇ ਵੀ ਰੱਬ ਦੀ ਯਾਦ ਵਿੱਚ ਜੁੜੇ ਹੋ। ਕੀ ਭੇਦ ਹੈ? ਬਾਬਾ ਕਰਮ ਸਿੰਘ ਮਹਾਰਾਜ ਜੀ, ਜੋ ਕਿ ਅਕਾਲ ਪੁਰਖ ਵਾਹਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਅਕਾਲ ਪੁਰਖ ਵਾਹਿਗੁਰੂ ਉਹਨਾਂ ਦਾ ਸਰੂਪ ਧਾਰ ਕੇ ਜਿਹੜੇ ਉੱਥੇ ਖੜੇ ਸਨ, ਬੜੇ ਸਹਿਜੇ ਨਾਲ ਬੋਲੇ। ਕਹਿਣ ਲੱਗੇ, ਸਰ ਉੱਥੇ ਇਹ ਵੀ ਸਰੀਰ ਕਰਮ ਸਿੰਘ ਦਾ ਹੀ ਹੈ, ਉੱਥੇ ਵੀ ਕਰਮ ਸਿੰਘ ਹੀ ਹੈ। ਅਫਸਰ ਕਹਿਣ ਲੱਗਾ, ਇਹਦੇ ਵਿੱਚ ਭੇਦ ਕੀ ਹੈ? ਕਹਿਣ ਲੱਗਾ, ਉੱਥੇ ਕਰਮ ਸਿੰਘ ਦਾ ਸਰੀਰ ਬੈਠਾ ਹੈ ਔਰ ਆਤਮਾ ਕਰਕੇ ਇੱਥੇ ਤੁਹਾਡੀ ਡਿਊਟੀ ਵਿੱਚ ਤਾਇਨਾਤ ਹੈ। ਭਾਵ ਕਿ ਅਫਸਰ ਆਪਣੇ ਮਨ ਵਿੱਚ ਬੜਾ ਖੁਸ਼ ਹੋਇਆ ਭਾਈ ਕਰਮ ਸਿੰਘ ਨੂੰ ਵੇਖ ਕੇ ਉੱਥੇ, ਔਰ ਆਪਣੇ ਨਿੱਜ ਸਥਾਨ ਤੇ ਚਲਾ ਗਿਆ। ਰਾਤ ਬੀਤੀ। ਜਿਹੜਾ ਮਹਾਂਪੁਰਸ਼ਾਂ ਨਾਲ ਈਰਖਾ ਕਰਦਾ ਸੀ, ਉਹ ਮਨ ਵਿੱਚ ਬੜਾ ਖੁਸ਼ ਹੈ ਕਿ ਅੱਜ ਕਰਮ ਸਿੰਘ ਨੂੰ ਜਾਂ ਤਾਂ ਕੋਈ ਸਜ਼ਾ ਮਿਲੂਗੀ ਜਾਂ ਨੌਕਰੀ ਚੋਂ ਕੱਢਿਆ ਜਾਵੇਗਾ, ਕਿਉਂਕਿ ਉਹ ਅਫਸਰ ਨੂੰ ਸ਼ਿਕਾਇਤ ਲਗਾ ਕੇ ਆਪ ਚਲਾ ਗਿਆ ਸੀ ਦੱਸ ਕੇ। ਮਨ ਵਿੱਚ ਸੋਚਦਾ ਹੈ ਕਿ ਹੁਣ ਸਾਰੇ ਮੇਰਾ ਸਤਿਕਾਰ ਕਰਿਆ ਕਰਨਗੇ, ਕਰਮ ਸਿੰਘ ਨੂੰ ਤਾਂ ਕੱਢ ਦਿੱਤਾ ਜਾਣਾ ਅੱਜ ਨੌਕਰੀ ਤੋਂ। ਪਰ ਪਿਆਰਿਓ, ਉੱਥੇ ਤਾਂ ਭਾਣਾ ਕੋਈ ਹੋਰ ਹੀ ਵਰਤਿਆ। ਉੱਥੇ ਤਾਂ ਅਕਾਲ ਪੁਰਖ ਖੁਦ ਸਾਖਸ਼ਾਤ ਹੋ ਕੇ ਬਾਬਾ ਕਰਮ ਸਿੰਘ ਮਹਾਰਾਜ ਜੀ ਦੀ ਥਾਂ ਤੇ ਪਹਿਰਾ ਦੇ ਰਹੇ ਨੇ। ਭਾਵੇਂ ਕਿ ਇਹ ਕੋਈ ਵੱਡੀਆਂ ਗੱਲਾਂ ਨਹੀਂ ਗਿਆਨਵਾਨ ਪੁਰਸ਼ਾਂ ਵਾਸਤੇ, ਇਹ ਤਾਂ ਆਮ ਜੀ ਗੱਲ ਹੈ, ਪਰ ਜਿਹੜੇ ਨੀਵੇਂ ਪੱਧਰ ਦੇ ਲੋਕ ਨੇ ਉਹਨਾਂ ਵਾਸਤੇ ਬੜੀ ਵੱਡੀ ਗੱਲ ਹੈ। ਅਕਾਲ ਪੁਰਖ ਤਾਂ ਆਪਣੇ ਪਿਆਰਿਆਂ ਦੀ ਰੱਖਿਆ ਕਰਦਾ ਹੀ ਕਰਦਾ ਹੈ, ਕੋਈ ਵੱਡੀ ਗੱਲ ਨਹੀਂ। ਪਰ ਗਿਆਨਵਾਨਾਂ ਵਾਸਤੇ ਵੱਡੀ ਨਹੀਂ ਹੈ। ਆਮ ਜਿਹੜੇ ਸੰਸਾਰਿਕ ਲੋਕ ਨੇ, ਜਿਨ੍ਹਾਂ ਦਾ ਮਨ ਵਿਸ਼ਿਆਂ ਵਕਾਰਾਂ ਵਿੱਚ ਖਚਿਤ ਹੈ, ਬਾਹਰ ਮੁਖੀ ਹੈ, ਉਹਨਾਂ ਨੂੰ ਪਿਆਰਿਓ ਇਹ ਗੱਲਾਂ ਵੱਡੀਆਂ ਲੱਗਦੀਆਂ ਨੇ। ਗਿਆਨਵਾਨ ਵਾਸਤੇ ਤਾਂ ਇਹ ਮਾਮੂਲੀ ਜਿਹੀ ਗੱਲ ਹੁੰਦੀ ਹੈ। ਔਰ ਜਦੋਂ ਉਹ ਆਇਆ, ਉਹ ਆ ਕੇ ਬਾਬਾ ਕਰਮ ਸਿੰਘ ਜੀ ਨੂੰ ਮਿਲਿਆ, ਫਤਿਹ ਵੀ ਬੁਲਾਈ, ਕਿਉਂਕਿ ਬਾਹਰੋਂ ਤਾਂ ਬਹੁਤ ਮਿੱਠਾ ਬੋਲਦਾ ਬਾਬਾ ਕਰਮ ਸਿੰਘ ਮਹਾਰਾਜ, ਪਰ ਉਹਦੀ ਹਿਰਦੇ ਦੀ ਜਾਣਦੇ ਨੇ, ਉਹਦੇ ਦਿਲ ਦੀ, ਪਰ ਫਿਰ ਵੀ ਉਹਨੂੰ ਬਹੁਤ ਸਤਿਕਾਰ ਦਿੰਦੇ ਨੇ। ਪਿਆਰਿਓ, ਫਿਰ ਬਾਕੀ ਤੁਸੀਂ ਇਤਿਹਾਸ ਪੜ੍ਹਨ ਵਾਸਤੇ ਮਹਾਂਪੁਰਸ਼ਾਂ ਦਾ ਜੀਵਨ ਲਿਖਿਆ ਪੱਛਮੀ ਪ੍ਰਕਾਸ਼ ਵਿੱਚ, ਬੜੇ ਪਿਆਰ ਵਾਲੇ ਢੰਗ ਨਾਲ ਲਿਖਿਆ ਗਿਆ ਹੈ, ਜਿਹਨੂੰ ਪੜ੍ਹ ਕੇ ਤੁਸੀਂ ਲਾਹੇ ਪ੍ਰਾਪਤ ਕਰ ਸਕਦੇ ਹੋ ਔਰ ਸਾਰਾ ਉਹਨਾਂ ਦਾ ਜੀਵਨ ਪੜ੍ਹ ਸਕਦੇ ਹੋ। ਔਰ ਮਹਾਂਪੁਰਸ਼ਾਂ ਦੇ ਸਾਰੇ ਕੌਤਕ ਉਹਦੇ ਵਿੱਚ ਪੜ੍ਹ ਕੇ ਉਹਨਾਂ ਦੀਆਂ ਪ੍ਰਤੱਖ ਵਰਤਾਈਆਂ ਸ਼ਕਤੀਆਂ, ਉਹਨਾਂ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।